ਸੋ ਬੱਚੋ ਅੱਜ ਆਪਾਂ ਆਪਰੇਟਿੰਗ ਸਿਸਟਮ ਡੌਸ ਬਾਰੇ ਗੱਲ ਕਰਾਂਗੇ। ਡੌਸ ਨੂੰ ਅਸੀਂ ਡਿਸਕ ਆਪਰੇਟਿੰਗ ਸਿਸਟਮ ਵੀ ਕਹਿੰਦੇ ਆ। ਆਪਰੇਟਿੰਗ ਸਿਸਟਮ ਤੋਂ ਭਾਵ ਜਿੱਦਾਂ ਆਪਾਂ ਵਿੰਡੋਜ਼ ਵੀ ਪੜ੍ਹਿਆ ਬਈ ਇੱਕ ਅਜਿਹਾ ਸੌਫਟਵੇਅਰ, ਇੱਕ ਅਜਿਹਾ ਪੈਕੇਜ ਕੰਪਿਊਟਰ ਨੂੰ ਚਲਾਉਣ ਦੇ ਲਈ ਜਿਹੜਾ ਜ਼ਰੂਰੀ ਚਾਹੀਦਾ। ਇਹਦੇ ਬਗੈਰ ਕੰਪਿਊਟਰ ਸਾਡਾ ਵਰਕ ਨਹੀਂ ਕਰ ਸਕਦਾ। ਹਰ ਵਰਕ ਆਪਰੇਟਿੰਗ ਸਿਸਟਮ ਦੀ ਨਿਗਰਾਨੀ 'ਚ ਹੁੰਦੇ ਆ, ਚਾਹੇ ਉਹ ਸੌਫਟਵੇਅਰ ਨਾਲ ਰਿਲੇਟਡ ਨੇ ਜਾਂ ਕੋਈ ਹਾਰਡਵੇਅਰ ਪਾਰਟ ਨਾਲ ਰਿਲੇਟਡ ਨੇ। ਠੀਕ ਹੈ, ਸੋ ਆਪਰੇਟਿੰਗ ਸਿਸਟਮ ਦਾ ਹੋਣਾ ਜ਼ਰੂਰੀ ਆ। ਆਪਾਂ ਵਿੰਡੋਜ਼ ਵਾਲੀ ਕਲਾਸ ਵੀ ਇਹਦੇ ਬਾਰੇ ਪੜ੍ਹ ਚੁੱਕੇ ਹਾਂ। ਇਸੇ ਤਰ੍ਹਾਂ ਜਦੋਂ ਆਪਾਂ ਗੱਲ ਕੀਤੀ ਸੀ ਵੀ ਇਹ ਦੋ ਤਰ੍ਹਾਂ ਦੇ ਹੁੰਦੇ ਆ, ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਜਿਹੜਾ ਆਪਾਂ ਵਿੰਡੋਜ਼ ਕੀਤਾ, ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ, ਉਹਦੇ ਵਿੱਚ ਅੱਜ ਆਪਾਂ ਇਹ ਡੌਸ ਬਾਰੇ ਗੱਲ ਕਰਾਂਗੇ। ਡੌਸ ਨੂੰ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇੱਕ ਵਕਤ 'ਤੇ ਇੱਕ ਯੂਜ਼ਰ ਜਿਹੜਾ ਹੈ ਉਹ ਬੈਠ ਕੇ ਵਰਕ ਕਰ ਸਕਦਾ ਔਰ ਐਟ ਏ ਟਾਈਮ ਇੱਕ ਸਿੰਗਲ ਟਾਸਕ ਹੀ ਹੋ ਸਕਦਾ। ਜਿੱਦਾਂ ਵਿੰਡੋਜ਼ 'ਚ ਆਪਾਂ ਪੜ੍ਹਿਆ ਵੀ ਉਹਦੇ 'ਚ ਮਲਟੀ ਟਾਸਕ ਹੋ ਜਾਂਦੇ ਆ। ਠੀਕ ਹੈ, ਕਈ ਵਰਕ ਐਟ ਏ ਟਾਈਮ ਕਈ ਵਰਕ ਹੋ ਜਾਂਦੇ ਆ ਜਾਂ ਇੱਕ ਤੋਂ ਜ਼ਿਆਦਾ ਵਰਕ ਵੈਸੇ ਹੋ ਜਾਂਦੇ ਆ। ਪਰ ਇਹਦੇ ਵਿੱਚ ਇੱਕ ਵਕਤ 'ਤੇ ਇੱਕ ਟਾਸਕ ਹੀ ਹੋਏਗਾ। ਇੱਕ ਕਮਾਂਡ ਦਿਆਂਗੇ, ਉਹ ਆਪਣਾ ਵਰਕ ਕਰੇਗੀ। ਠੀਕ ਹੈ, ਆਊਟਪੁੱਟ ਦੇਏਗੀ ਤਾਂ ਆਪਾਂ ਅਗਲਾ ਕੋਈ ਵਰਕ ਜਿਹੜਾ ਹੈ ਉਹ ਕਰ ਸਕਾਂਗੇ। ਸੋ ਇਹ ਸਿੰਗਲ ਟਾਸਕ ਵੀ ਹੈ। ਇਸ ਤੋਂ ਇਲਾਵਾ ਇਹਨੂੰ CUI ਵੀ ਕਹਿੰਦੇ ਆ। CUI ਤੋਂ ਭਾਵ ਕਰੈਕਟਰ ਯੂਜ਼ਰ ਇੰਟਰਫੇਸ। ਜਿਵੇਂ ਗ੍ਰਾਫੀਕਲ ਯੂਜ਼ਰ ਇੰਟਰਫੇਸ ਜਿਹੜੀ ਹੈ ਉਹ ਵਿੰਡੋਜ਼ ਹੈ। ਹਰ ਚੀਜ਼ ਦੀ ਪਛਾਣ ਗ੍ਰਾਫੀਕਲੀ ਤਾਲਮੇਲ ਆਪਣਾ ਬਣਿਆ ਹੋਇਆ, ਫੋਟੋ ਸਹਿਤ ਪਛਾਣ ਬਣੀ ਹੋਈ ਆ, ਆਪਾਂ ਪੜ੍ਹ ਚੁੱਕੇ ਹਾਂ। ਪਰ ਡੌਸ ਦੇ ਵਿੱਚ ਕੀ ਹੈ, ਹਰ ਚੀਜ਼ ਸਾਨੂੰ ਕਰੈਕਟਰ ਟਾਈਪ, ਟੈਕਸਟ ਟਾਈਪ ਹੀ ਮਿਲਦੀ ਹੈ। ਠੀਕ ਹੈ, ਉਹਦੇ ਵਿੱਚ ਗ੍ਰਾਫੀਕਲ ਜਿਹੜਾ ਹੈ ਸਾਨੂੰ ਰੀਪ੍ਰਜੈਂਟੇਸ਼ਨ ਜਾਂ ਤਾਲਮੇਲ ਸਾਡਾ ਉਹਦੇ 'ਚ ਨਹੀਂ ਬਣਿਆ ਹੋਇਆ। ਇਸ ਕਰਕੇ ਉਹਨੂੰ ਕਰੈਕਟਰ ਯੂਜ਼ਰ ਇੰਟਰਫੇਸ ਜਿਹੜਾ ਹੈ ਉਹ ਕਹਿ ਦਿੱਤਾ ਜਾਂਦਾ। ਸੋ ਇਹ ਜਿਹੜੀ ਡੌਸ ਹੈ ਇਹਨੂੰ ਕਮਾਂਡ ਬੇਸ ਆਪਰੇਟਿੰਗ ਸਿਸਟਮ ਵੀ ਕਹਿੰਦੇ ਆ। ਕਿਉਂ? ਹਰ ਚੀਜ਼ ਦੀ ਮੈਨੂੰ ਕਮਾਂਡ ਜਿਹੜੀ ਹੈ ਉਹ ਟਾਈਪ ਕਰਨੀ ਪੈਂਦੀ ਆ, ਉਹ ਫਿਰ ਆਪਣੀ ਆਊਟਪੁੱਟ ਦਊਗੀ। ਠੀਕ ਆ, ਫਿਰ ਮੈਂ ਨੈਕਸਟ ਕਮਾਂਡ ਦਊਂਗਾ। ਜੋ ਵੀ ਵਰਕ ਕਰਨਾ ਉਹਦੇ ਲਈ ਪਾਰਟੀਕੂਲਰ ਇੱਕ ਕਮਾਂਡ ਬਣੀ ਹੋਈ ਆ, ਉਹ ਮੈਨੂੰ ਕਮਾਂਡ ਜਿਹੜੀ ਹੈ ਉਹ ਟਾਈਪ ਕਰਨੀ ਪੈਂਦੀ ਆ। ਇਸ ਕਰਕੇ ਮੈਂ ਇਹਨੂੰ ਕਮਾਂਡ ਬੇਸ ਆਪਰੇਟਿੰਗ ਸਿਸਟਮ ਵੀ ਕਹਿ ਦਿੱਤਾ ਜਾਂਦਾ। ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੀਆਂ ਨੇ ਦੋ ਤਰ੍ਹਾਂ ਦੀਆਂ ਕਮਾਂਡਸ ਹੁੰਦੀਆਂ। ਜਦ ਆਪਾਂ ਗੱਲ ਕਰਦੇ ਹਾਂ ਵੀ ਹਰ ਵਰਕ ਲਈ ਕਮਾਂਡਸ ਜਿਹੜੀ ਹੈ ਉਹ ਮੈਨੂੰ ਦੇਣੀ ਪੈਂਦੀ ਆ, ਤਾਂ ਦੋ ਤਰ੍ਹਾਂ ਦੀਆਂ ਕਮਾਂਡਸ ਨੇ, ਇੱਕ ਇੰਟਰਨਲ ਕਮਾਂਡਸ ਅਤੇ ਇੱਕ ਐਕਸਟਰਨਲ ਕਮਾਂਡਸ। ਇੰਟਰਨਲ ਕਮਾਂਡਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਡੌਸ ਦੀਆਂ। ਇਹ ਉਹ ਕਮਾਂਡਸ ਨੇ ਜਿਹੜੀਆਂ ਆਟੋਮੈਟਿਕਲੀ ਇੰਸਟਾਲ ਹੋ ਜਾਂਦੀਆਂ ਜਦੋਂ ਅਸੀਂ ਆਪਰੇਟਿੰਗ ਸਿਸਟਮ ਕੰਪਿਊਟਰ 'ਤੇ ਇੰਸਟਾਲ ਕਰਦੇ ਹਾਂ। ਆਪਣੇ ਕੰਪਿਊਟਰ 'ਤੇ ਜਦੋਂ ਆਪਾਂ ਆਪਰੇਟਿੰਗ ਸਿਸਟਮ ਇੰਸਟਾਲ ਕਰਾਂਗੇ, ਨਾਲ ਦੀ ਨਾਲ ਆਪਣੇ ਆਟੋਮੈਟਿਕਲੀ ਇਹ ਇੰਸਟਾਲ ਹੋ ਜਾਂਦੀਆਂ ਨੇ। ਉਹਨਾਂ ਨੂੰ ਇੰਟਰਨਲ ਕਮਾਂਡਸ ਕਹਿੰਦੇ ਨੇ। ਠੀਕ ਹੈ ਜੀ, ਅਤੇ ਹੁਣ ਆਪਾਂ ਗੱਲ ਕਰੀਏ ਬਈ ਇਹ ਜਿਹੜਾ ਡੌਸ ਮੋਡ ਹੈ ਇਹ ਓਪਨ ਕਿੱਦਾਂ ਹੁੰਦਾ। ਸੋ ਇਹਦੇ ਵਿੱਚ ਕੀ ਹੈ ਬਈ ਆਪਾਂ ਇੱਥੇ ਸਰਚ ਜਿਹੜੀ ਆਪਸ਼ਨ ਹੈ ਟਾਸਕ ਬਾਰ ਦੀ, ਉਹਦੇ ਵਿੱਚ ਤੁਸੀਂ ਕਮਾਂਡ ਪੂਰਾ ਲਿਖੋ ਜਾਂ CMD ਸ਼ਾਰਟ 'ਚ ਲਿਖ ਦਿਓ। ਕਮਾਂਡ ਪ੍ਰੋਂਪਟ ਜਿਹੜਾ ਹੈ ਉਹ ਤੁਹਾਡੇ ਫਰੰਟ 'ਤੇ ਇੱਕ ਆਪਸ਼ਨ ਆਏਗੀ। ਇਹ 'ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਆਹ ਦੇਖੋ ਡੌਸ ਮੋਡ, ਇਹਨੂੰ ਡੌਸ ਮੋਡ ਕਹਿੰਦੇ ਆ ਬੱਚਿਓ। ਇਹ ਮੇਰੇ ਫਰੰਟ 'ਤੇ ਓਪਨ ਹੋ ਗਿਆ। ਇਹਦੇ ਵਿੱਚ ਹੁਣ ਅਸੀਂ ਆਪਣਾ ਵਰਕ ਕਰ ਸਕਦੇ ਹਾਂ। ਪਰ ਕਰਨ ਦਾ ਤਰੀਕਾ ਵਿੰਡੋਜ਼ ਨਾਲੋਂ ਬਿਲਕੁਲ ਵੱਖਰਾ। ਹੁਣੇ ਗੱਲ ਹੋਈ ਆ ਵੀ ਇਹਦੇ ਵਿੱਚ ਮੈਨੂੰ ਹਰ ਚੀਜ਼ ਦੇ ਲਈ ਕਮਾਂਡ ਜਿਹੜੀ ਹੈ ਉਹ ਬਕਾਇਦਾ ਟਾਈਪ ਕਰਨੀ ਪੈਂਦੀ ਆ। ਠੀਕ ਆ, ਇਹਦੇ ਵਿੱਚ ਮਾਊਸ ਨਹੀਂ ਆਪਰੇਟ ਹੁੰਦਾ, ਨਾ ਕੋਈ ਆ ਦੇਖੋ ਕੋਈ ਸਾਡੇ ਕੋਲ ਇੱਦਾਂ ਗ੍ਰਾਫੀਕਲ ਜਿਹੜਾ ਹੈ ਤਾਲਮੇਲ ਬਣਿਆ ਹੋਇਆ। ਇਹ ਕਰੈਕਟਰ ਟਾਈਪ ਜਿਹੜਾ ਹੈ, ਟੈਕਸਟ ਟਾਈਪ, ਇਹਦੇ ਵਿੱਚ ਤਾਲਮੇਲ ਬਣਿਆ ਹੋਇਆ। ਇਸੇ ਕਰਕੇ ਇਹਨੂੰ ਕਰੈਕਟਰ ਯੂਜ਼ਰ ਇੰਟਰਫੇਸ ਕਿਹਾ ਜਾਂਦਾ। ਜਦੋਂ ਬਾਈ ਡਿਫਾਲਟ ਡੌਸ ਮੋਡ ਓਪਨ ਹੋਇਆ ਤਾਂ ਆ ਜਿਹੜੀ ਫਰੰਟ 'ਤੇ ਹੈ ਇਹ C ਪ੍ਰੋਂਪਟ ਹੈ। ਇਹਨੂੰ ਹੀ ਐਕਚੁਅਲੀ ਕਮਾਂਡ ਪ੍ਰੋਂਪਟ ਕਿਹਾ ਜਾਂਦਾ। C ਡਰਾਈਵ ਦਾ ਕਮਾਂਡ ਪ੍ਰੋਂਪਟ ਇਸ ਵਕਤ ਮੇਰੇ ਕੋਲ C ਡਰਾਈਵ ਓਪਨ ਹੈਗੀ ਆ। ਠੀਕ ਆ, ਜਿਹੜੀ ਕਿ ਆਪਾਂ ਇੱਧਰ ਉਹ ਵਿੰਡੋਜ਼ 'ਚ ਆਪਾਂ ਪੜ੍ਹਿਆ ਦਿਸ PC ਜਾਂ ਮਾਈ ਕੰਪਿਊਟਰ ਦੇ ਵਿੱਚ ਜਦੋਂ ਆਪਾਂ ਇਹਨੂੰ ਐਕਸਪਲੋਰ ਕਰਦੇ ਹਾਂ, ਦੇਖੋ ਆਪਾਂ ਨਾਲ ਦੀ ਨਾਲ ਵਿੰਡੋਜ਼ ਨੂੰ ਵੀ ਲੈ ਕੇ ਚੱਲਦੇ ਹਾਂ ਤਾਂ ਕਿ ਸਮਝਣ 'ਚ ਆਸਾਨੀ ਰਹੇ। ਦਿਸ PC 'ਚ ਆਪਾਂ ਪੜ੍ਹਿਆ ਸੀ ਵੀ ਕੰਪਿਊਟਰ ਦੇ ਸਾਰੇ ਰਿਸੋਰਸਿਸ, ਡਰਾਈਵਸ ਵਗੈਰਾ, ਸੈਕੰਡਰੀ ਡਿਵਾਈਸਿਸ ਜਿਹੜੀਆਂ ਜਿੱਥੇ ਆਪਾਂ ਡਾਟਾ ਸਟੋਰ ਕਰਦੇ ਹਾਂ, ਹਾਰਡ ਡਿਸਕ ਜਿਹਦੇ ਵਿੱਚ ਹੈ। ਠੀਕ ਹੈ, ਜਿਹੜੀ ਆਪਾਂ ਪੜ੍ਹਿਆ ਸੀ ਵੀ C ਡਰਾਈਵ ਹੈ। ਫਿਰ ਉਹਦੀਆਂ ਅੱਗੋਂ ਪਾਰਟੀਸ਼ਨਸ ਨੇ ਵੰਡ ਕੀਤੀਆਂ ਹੋਈਆਂ ਹਾਰਡ ਡਿਸਕ ਦੀਆਂ, DEF, ਜਿੱਦਾਂ ਇੱਥੇ 4 ਜਿਹੜੀ ਹੈ ਇਹਦੇ ਵੰਡ ਕੀਤੀ ਹੋਈ ਹੈ। ਆਮ ਤੌਰ 'ਤੇ ਆਪਾਂ ਇਹ ਪੜ੍ਹਿਆ ਸੀ ਜਿਹੜੀ ਆਪਰੇਟਿੰਗ ਸਿਸਟਮ ਆ, ਜਿਵੇਂ ਇਹਦੇ 'ਚ ਵਿੰਡੋ ਇੰਸਟਾਲ ਹੈ, ਆਹ ਦੇਖੋ ਉਹਦੀ ਗ੍ਰਾਫੀਕਲ ਪਿਕਚਰ ਵਿੰਡੋਜ਼ ਦੇ ਵਿੱਚ ਬਣੀ ਹੋਈ ਆ ਵੀ ਇਹ C ਡਰਾਈਵ ਦੇ ਉੱਤੇ ਇੰਸਟਾਲ ਕਰ ਲਈ ਜਾਂਦੀ ਆ। ਆਪਾਂ ਆਪਣਾ ਵਰਕ ਇਹ 'ਤੇ ਨਹੀਂ ਕਰਦੇ। ਆਪਾਂ ਆਪਣਾ ਰਿਲੇਟਡ ਵਰਕ ਕਿਸੇ ਵੀ ਤਰ੍ਹਾਂ ਦਾ ਹੈ ਪਰਸਨਲ, ਉਹ ਆਪਾਂ ਹੋਰ ਪਾਰਟੀਸ਼ਨਸ 'ਤੇ ਸੇਵ ਕਰਦੇ ਹਾਂ। ਠੀਕ ਹੈ,
ਸੋ ਇਹਦੇ ਵਿੱਚ ਫਿਰ ਆਪਾਂ ਇੱਥੇ ਐਕਸਪਲੋਰ ਕਰ ਲੈਂਦੇ ਹਾਂ ਡੀ ਨੂੰ, ਈ ਨੂੰ, ਐਫ ਨੂੰ, ਜਿੱਦਾਂ ਆਪਾਂ ਵਿੰਡੋਜ਼ 'ਚ ਪੜ੍ਹਿਆ ਸੀ ਵੀ ਆਪਾਂ ਇਹਨੂੰ ਐਕਸਪਲੋਰ ਕਰਦੇ ਹਾਂ, ਠੀਕ ਆ। ਉਹ ਡਰਾਈਵ ਓਪਨ ਹੋ ਜਾਂਦੀ ਆ ਤੇ ਇਹਦੇ ਵਿੱਚ ਕੀ ਹੈ, ਆਪਾਂ ਕਿਸੇ ਡਰਾਈਵ ਨੂੰ ਬਦਲਣਾ ਹੈ, ਦੂਸਰੀ ਡਰਾਈਵ ਤੇ ਜਾਣਾ ਹੈ, ਤਾਂ ਉਹਦਾ ਮੈਥਡ ਹੈ ਉਹ ਡਰਾਈਵ ਦਾ ਨੇਮ ਫਿਲ ਕਰੋ, ਠੀਕ ਹੈ ਜੀ। ਉਸ ਡਰਾਈਵ ਦਾ ਨੇਮ ਫਿਲ ਕਰੋ, ਦੈਨ ਕੋਲਨ ਐਂਟਰ। ਆ ਦੇਖੋ ਡਰਾਈਵ ਚੇਂਜ ਹੋ ਗਈ, ਔਰ ਇਹਨੂੰ ਮੈਂ ਇਹ ਵੀ ਕਹਿ ਸਕਦਾ ਮੇਰਾ ਕਮਾਂਡ ਪ੍ਰੌਂਪਟ ਚੇਂਜ ਹੋਇਆ। ਹੁਣ ਇਹ ਡੀ ਦਾ ਡਰਾਈਵ ਦਾ ਕਮਾਂਡ ਪ੍ਰੌਂਪਟ ਹੈ। ਕਮਾਂਡ ਪ੍ਰੌਂਪਟ ਕੀ ਹੈ, ਜਿਹਦੇ ਫਰੰਟ ਤੇ ਮੈਂ ਕੋਈ ਵੀ ਹੁਣ ਕਮਾਂਡ ਟਾਈਪ ਕਰਨੀ ਆ। ਡੌਸ ਦੇ ਵਿੱਚ ਕੋਈ ਵੀ ਵਰਕ ਕਰਨਾ, ਹੁਣੇ ਗੱਲ ਹੋਈ ਆ ਵੀ ਆਪਾਂ ਨੂੰ ਕਮਾਂਡ ਟਾਈਪ ਕਰਨੀ ਪੈਂਦੀ ਆ, ਕਿਹਦੇ ਫਰੰਟ ਤੇ ਟਾਈਪ ਕਰਨੀ ਪੈਂਦੀ ਆ ਕਮਾਂਡ, ਕਮਾਂਡ ਪ੍ਰੌਂਪਟ ਤੇ, ਠੀਕ ਹੈ ਜੀ। ਸੋ ਇਹ ਹੁਣ ਮੇਰੀ ਡੀ ਡਰਾਈਵ ਹੈ। ਇਸ ਤਰੀਕੇ ਨਾਲ ਅਸੀਂ ਡਰਾਈਵ ਚੇਂਜ ਕਰਦੇ ਹਾਂ। ਸੋ ਹੁਣ ਆਪਾਂ ਇੰਟਰਨਲ ਕਮਾਂਡਸ ਚੋਂ ਕੁਛ ਕਮਾਂਡਸ ਦੀ ਵੀ ਆਪਾਂ ਜਾਣਕਾਰੀ ਲੈਣੀ ਸ਼ੁਰੂ ਕਰੀਏ। ਜਿੱਦਾਂ ਇੱਕ CLS ਕਮਾਂਡ ਹੈ ਜੀ, CLS ਕਲੀਅਰ ਸਕਰੀਨ। ਟਾਈਪ ਕਰਨ ਵੇਲੇ ਇਸ ਕਮਾਂਡ ਨੂੰ ਦੇਣ ਵੇਲੇ CLS ਲਿਖਣਾ, ਫਿਰ ਤੁਸੀਂ ਐਂਟਰ ਪ੍ਰੈਸ ਕਰੋ। ਇਹ ਸਕਰੀਨ ਨੂੰ ਕਲੀਅਰ ਕਰ ਦਿੰਦੀ ਆ, ਕਿਉਂਕਿ ਇਹਦੇ ਵਿੱਚ ਕੀ ਹੈ, ਜਦੋਂ ਜੋ ਆਪਾਂ ਅੱਗੇ ਦੀ ਅੱਗੇ ਵਰਕ ਕਰਦੇ ਜਾਣਾ, ਸਕਰੀਨ ਫਿਲ ਹੁੰਦੀ ਜਾਂਦੀ ਹੈ ਅੱਗੇ ਦੀ ਅੱਗੇ, ਤਾਂ ਆਪਾਂ ਇਹਨੂੰ ਕਿਤੇ ਜਾ ਕੇ ਜਿੱਥੇ ਲੋੜ ਪੈ ਰਹੀ ਆ ਸਕਰੀਨ ਨੂੰ, ਆਪਾਂ ਆਪਣੇ ਲੋੜ ਮੁਤਾਬਕ ਕਲੀਅਰ ਕਰ ਸਕਦੇ ਹਾਂ। ਇਹਦੇ ਨਾਲ ਡਾਟਾ ਜਿਹੜਾ ਹੈ ਉਹ ਜਿਹੜਾ ਵਰਕ ਕੀਤਾ ਹੋਇਆ, ਫਾਈਲ ਵਗੈਰਾ ਬਣਾਈਆਂ ਹੋਈਆਂ ਨੇ ਤੁਸੀਂ, ਠੀਕ ਆ, ਜਾਂ ਕੋਈ ਫੋਲਡਰਸ ਨੂੰ ਇਹਦੇ ਵਿੱਚ ਡਾਇਰੈਕਟਰੀ ਕਹਿ ਦਿੰਦੇ ਆ ਡੌਸ ਦੇ ਵਿੱਚ, ਉਹ ਵੀ ਆਪਾਂ ਅੱਗੇ ਜਾ ਕੇ ਪੜਾਂਗੇ। ਜਿਹੜੇ ਤੁਸੀਂ ਇਹ ਇੱਦਾਂ ਦੇ ਵਰਕ ਆਪਣੇ ਕੀਤੇ ਹੋਏ ਆ ਉਹ ਵਾਸ਼ ਆਊਟ ਨਹੀਂ ਹੁੰਦੇ, ਸਿੰਪਲੀ ਸਕਰੀਨ ਕਲੀਅਰ ਜਿਹੜੀ ਹੈ ਉਹ ਹੁੰਦੀ ਹੈ, ਠੀਕ ਹੈ। ਸੋ CLS ਕਮਾਂਡ ਕਾਹਦੇ ਲਈ ਆ ਬੱਚੇ, ਇਹ ਸਕਰੀਨ ਨੂੰ ਕਲੀਅਰ ਕਰਦੀ ਆ। ਕਮਾਂਡ ਦੇਣ ਵੇਲੇ ਸਿੰਪਲੀ CLS ਲਿਖ ਲਿਆ। ਔਰ ਤੁਸੀਂ ਇਹ ਵੀ ਨੋਟ ਕੀਤਾ ਵੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਕੋਈ ਵੀ ਵਰਕ ਕਰਨਾ, ਮੈਨੂੰ ਕਮਾਂਡ ਜਿਹੜੀ ਹੈ ਉਹ ਬਕਾਇਦਾ ਕਮਾਂਡ ਪ੍ਰੌਂਪਟ ਦੇ ਫਰੰਟ ਤੇ, ਜਿਹੜਾ ਕਿ ਡੀ ਡਰਾਈਵ ਦਾ ਹੁਣ ਆਪਾਂ ਯੂਜ਼ ਕਰ ਰਹੇ ਹਾਂ, ਉੱਥੇ ਟਾਈਪ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਆਪਾਂ ਇੱਕ ਕਮਾਂਡ ਕਰੀਏ ਜੀ, ਵਰਜ਼ਨ। ਕਮਾਂਡ ਦੇਣ ਵੇਲੇ VER ਲਿਖਣਾ, ਵੈਸੇ ਇਹਨੂੰ ਵਰਜ਼ਨ ਕਮਾਂਡ ਕਹਿੰਦੇ ਆ। ਇਹ ਮੇਰੇ ਆਪਰੇਟਿੰਗ ਸਿਸਟਮ ਦਾ ਵਰਜ਼ਨ ਦੱਸੇਗਾ ਵੀ ਕਿਹੜਾ ਆਪਰੇਟਿੰਗ ਸਿਸਟਮ ਹੈ, ਠੀਕ ਹੈ, ਕੀ ਵਰਜ਼ਨ ਹੈ। ਆ ਦੇਖੋ ਮਾਈਕਰੋਸੌਫਟ ਵਿੰਡੋਜ਼, ਠੀਕ ਹੈ। ਜਿਹੜੀ ਡੌਸ ਵੀ ਹੈ ਉਹ ਵੀ MS ਡੌਸ ਜਿਹੜੀ ਹੈ ਆਪਾਂ ਕਹਿੰਦੇ ਆ। ਮਾਈਕਰੋਸੌਫਟ ਜੇ MS ਉਹਦੇ ਫਰੰਟ ਤੇ ਲੱਗਿਆ ਹੋਇਆ, ਇਟ ਮੀਨਸ ਉਹ ਮਾਈਕਰੋਸੌਫਟ ਦੀ ਡਿਵੈਲਪ ਕੀਤੀ। ਮਾਈਕਰੋਸੌਫਟ ਜਿਹੜੀ ਆ ਉਹਨਾਂ ਦੀ ਵੀ ਆਹ ਵਿੰਡੋਜ਼ ਹੁੰਦੀ ਆ, ਇਸੇ ਕਰਕੇ ਆਪਾਂ ਉਸੇ ਦੇ ਥਰੂ ਆਪਾਂ ਆਹ ਡੌਸ ਮੋਡ ਖੋਲ੍ਹਿਆ। ਸੋ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਮਾਈਕਰੋਸੌਫਟ ਵਿੰਡੋਜ਼, ਠੀਕ ਹੈ। ਆ ਉਹਦਾ ਜਿਹੜਾ ਹੈ ਵਰਜ਼ਨ ਦੱਸ ਰਿਹਾ। ਸੋ ਵਰਜ਼ਨ ਕਮਾਂਡ ਦੇ ਨਾਲ ਅਸੀਂ ਆਪਣਾ ਆਪਰੇਟਿੰਗ ਸਿਸਟਮ ਜਿਹੜਾ ਹੈ ਉਹਦਾ ਵਰਜ਼ਨ ਚੈੱਕ ਕਰ ਸਕਦੇ ਹਾਂ। ਕਮਾਂਡ ਅਗਲੀ ਹੈ ਜੀ ਵੋਲਿਊਮ। ਕਮਾਂਡ ਨੂੰ ਦੇਣ ਵੇਲੇ VOL ਸਿੰਪਲੀ ਟਾਈਪ ਕਰਨਾ। ਜਦੋਂ ਐਂਟਰ ਪ੍ਰੈਸ ਕਰੋਗੇ ਇਹ ਸਾਡੀ ਡਰਾਈਵ ਦਾ ਲੇਬਲ ਨੇਮ ਦੱਸਦੀ ਆ। ਜਿੱਦਾਂ ਕਿ ਆਪਣੀ ਗੱਲ ਹੋਈ ਸੀ ਵੀ ਆਪਾਂ ਦੇ ਸਪੀਸੀਜ਼ ਜਿਹੜੀਆਂ ਆਹ ਡਰਾਈਵਜ਼ ਨੇ ਇਹਨਾਂ ਨੂੰ ਆਪਣੀ ਲੋੜ ਮੁਤਾਬਕ ਨੇਮ ਦੇ ਸਕਦੇ ਹਾਂ। ਜਿੱਦਾਂ ਇਹਦੇ ਵਿੱਚ ਮੰਨ ਲਓ ਐਜੂਕੇਸ਼ਨ ਦਾ ਵਰਕ ਪਿਆ, ਤਾਂ ਆਪਾਂ ਇਹ 'ਤੇ ਰਾਈਟ ਕਲਿੱਕ ਕਰਕੇ ਜਿਵੇਂ ਆਪਾਂ ਫਾਈਲਾਂ ਵਗੈਰਾ ਦੱਸੀਆਂ ਸੀ ਰੀਨੇਮ ਕਰ ਸਕਦੇ ਹਾਂ ਇਹਨੂੰ, ਔਰ ਇਹਦਾ ਨੇਮ ਬਦਲ ਸਕਦੇ ਹਾਂ। ਇਹਨੂੰ ਲੇਬਲ ਨੇਮ ਕਹਿੰਦੇ ਆ, ਡਰਾਈਵ ਦਾ ਨੇਮ ਦੇ ਦੇਣਾ। ਸੋ ਡੌਸ ਦੇ ਵਿੱਚ ਆਪਣੀ ਡਰਾਈਵ ਦਾ ਜੇ ਤੁਸੀਂ ਨੇਮ ਚੈੱਕ ਕਰਨਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ ਵੀ ਮੇਰੀ ਆ ਜਿਹੜੀ ਮੈਂ ਡਰਾਈਵ ਯੂਜ਼ ਕਰ ਰਿਹਾ, ਕਿਹੜੀ ਕਰ ਰਹੇ ਹਾਂ, ਡੀ ਡਰਾਈਵ, ਇਹਦਾ ਨੇਮ ਕੀ ਹੈ, ਲੇਬਲ ਨੇਮ ਕੀ ਹੈ, ਕੀ ਰੱਖਿਆ ਹੋਇਆ, ਉਹਦੇ ਲਈ ਕਮਾਂਡ ਹੈ ਜੀ ਵੋਲਿਊਮ। ਕਮਾਂਡ ਦੇਣ ਵੇਲੇ VOL ਲਿਖਣਾ, ਠੀਕ ਹੈ। ਆ ਦੇਖੋ ਇਜ਼ ਨਿਊ ਵੋਲਿਊਮ, ਜਿਵੇਂ ਹੁਣੇ ਆਪਾਂ ਦੇਖਿਆ ਉੱਥੇ ਨਿਊ ਵੋਲਿਊਮ ਲਿਖਿਆ ਸੀ। ਸੋ ਇਹਦਾ ਵੋਲਿਊਮ ਲੇਬਲ ਜਿਹੜਾ ਹੈ ਨੇਮ ਰੱਖਿਆ ਹੋਇਆ ਉਹ ਨਿਊ ਵੋਲਿਊਮ ਆ। ਤੁਸੀਂ ਜੇ ਉੱਥੇ ਚੇਂਜ ਕਰਦੇ ਹੋ, ਠੀਕ ਹੈ, ਤਾਂ ਚੇਂਜ ਕਰਨ ਲਈ ਅੱਗੇ ਜਾ ਕੇ ਕਮਾਂਡ ਆਏਗੀ ਕਿੱਦਾਂ ਆਪਾਂ ਚੇਂਜ ਕਰ ਸਕਦੇ ਹਾਂ ਡੌਸ ਦੇ ਵਿੱਚ ਵੋਲਿਊਮ ਲੇਬਲ। ਪਰ ਹਾਲ ਦੀ ਘੜੀ ਜਿਹੜੀ ਵੋਲਿਊਮ ਕਮਾਂਡ ਹੈ ਇਹ ਸਿੰਪਲੀ ਵੋਲਿਊਮ ਲੇਬਲ ਚੈੱਕ ਕਰਨ ਦੇ ਲਈ ਹੈ। ਉਸ ਤੋਂ ਬਾਅਦ ਫਿਰ ਆਪਣੇ ਕੋਲੇ ਕਮਾਂਡ ਜਿਹੜੀ ਹੈ ਇਸ ਤੋਂ ਬਾਅਦ ਆਉਂਦੀ ਹੈ ਟਾਈਮ। ਜੇ ਆਪਾਂ ਇੱਕ ਕਮਾਂਡ ਹੋਰ ਗੱਲ ਕਰੀਏ, ਟਾਈਮ, ਠੀਕ ਹੈ ਜੀ। ਟਾਈਮ ਕਮਾਂਡ ਕੀ ਹੈ, ਇਹ ਤੁਹਾਨੂੰ ਕਰੰਟ ਸਿਸਟਮ ਟਾਈਮ ਦੱਸੇਗੀ, ਠੀਕ ਹੈ ਜੀ। ਹੁਣ ਕਰੰਟ ਸਿਸਟਮ ਟਾਈਮ ਜੇ ਇਹਦਾ ਠੀਕ ਚੱਲ ਰਿਹਾ ਤਾਂ ਠੀਕ ਹੈ, ਜੇ ਇਹਦੇ ਵਿੱਚ ਕੋਈ ਗਲਤੀ ਹੈ ਆਵਰਸ ਦੇ ਵਿੱਚ, ਮਿੰਟਸ ਦੇ ਵਿੱਚ, ਤਾਂ ਇਸੇ ਫਾਰਮੈਟ ਦੇ ਵਿੱਚ ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ। ਨਹੀਂ ਚੇਂਜ ਕਰਨਾ ਤਾਂ ਤੁਸੀਂ ਐਂਟਰ ਪ੍ਰੈਸ ਕਰੋ, ਕਮਾਂਡ ਪ੍ਰੌਂਪਟ ਫਿਰ ਤੁਹਾਡੇ ਫਰੰਟ ਤੇ ਆ ਜਾਏਗਾ। ਵਿੰਡੋਜ਼ 'ਚ ਕੀ ਹੈ, ਆਪਾਂ ਨੀਚੇ ਦੇਖ ਰਹੇ ਹਾਂ ਪਿੱਛੇ ਬਈ ਇਹਦੇ ਤਾਂ ਟਾਸਕ ਬਾਰ ਤੇ ਹੀ ਆਪਾਂ ਪੜ੍ਹਿਆ ਵੀ ਸੀ ਵੀ ਸੱਜੇ ਹੱਥ ਟਾਈਮ ਦੇ ਇੰਡੀਕੇਟਰ ਚੱਲਦਾ ਹੁੰਦਾ, ਇੱਥੇ ਆਪਾਂ ਨੂੰ ਉਰੇ ਹੀ ਸ਼ੋ ਹੋ ਰਿਹਾ। ਪਰ ਡੌਸ ਮੋਡ 'ਚ ਦੇਖੋ, ਜੇ ਆਪਾਂ ਫੁੱਲ ਸਕਰੀਨ ਕਰਦੇ ਹਾਂ, ਡੌਸ ਮੋਡ 'ਚ ਜੇ ਆਪਾਂ ਵਰਕ ਕਰ ਰਹੇ ਹਾਂ, ਠੀਕ ਹੈ, ਤਾਂ ਇਹਦੇ ਵਿੱਚ ਤੁਸੀਂ ਜਿਹੜਾ ਟਾਈਮ ਜੇ ਚੈੱਕ ਕਰਨਾ ਉਹਦੇ ਲਈ ਕਮਾਂਡ ਬਣੀ ਹੋਈ ਆ ਟਾਈਮ। ਇਸੇ ਤਰ੍ਹਾਂ ਹੈ ਜੀ ਡੇਟ। ਡੇਟ ਕਮਾਂਡ ਜਿਹੜੀ ਹੈ ਉਹ ਵੀ ਤੁਹਾਨੂੰ ਕਰੰਟ
ਕਰੰਟ ਡੇਟ ਸ਼ੋ ਕਰੇਗੀ, ਠੀਕ ਹੈ। ਔਰ ਉਸ ਤੋਂ ਬਾਅਦ ਫਿਰ ਜੇ ਉਹਦੇ ਵਿੱਚ ਕੋਈ ਗਲਤੀ ਚੱਲ ਰਹੀ ਹੈ ਤਾਂ ਉਹ ਤੁਸੀਂ ਡੇ, ਮੰਥ ਜਾਂ ਈਅਰ ਇਸੇ ਹੀ ਫਾਰਮੈਟ ਦੇ ਵਿੱਚ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ। ਉਸ ਤੋਂ ਬਾਅਦ ਐਂਟਰ ਪ੍ਰੈਸ ਕਰੋ, ਜੇ ਠੀਕ ਹੈ ਤਾਂ ਐਂਟਰ ਪ੍ਰੈਸ ਕਰ ਦਿਓ, ਨਹੀਂ ਤਾਂ ਉਹਨੂੰ ਚੇਂਜ ਕਰ ਲਓ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਨੈਕਸਟ ਕਮਾਂਡ ਜਿਹੜੀ ਹੈ, ਹੁਣ ਜੇ ਆਪਾਂ ਥੋੜ੍ਹਾ ਜਿਹਾ ਹੋਰ ਅੱਗੇ ਗੱਲ ਕਰੀਏ ਵੀ ਡੋਸ ਦੇ ਵਿੱਚ ਵੀ ਜਿਵੇਂ ਆਪਾਂ ਗੱਲ ਕੀਤਾ ਫਾਈਲਸ ਬਣ ਜਾਂਦੀਆਂ, ਟੈਕਸਟ ਫਾਈਲ ਆਪਾਂ ਡੋਸ 'ਚ ਆਪ ਕ੍ਰੀਏਟ ਕਰ ਸਕਦੇ ਹਾਂ। ਡੋਸ ਦੇ ਵਿੱਚ ਟੈਕਸਟ ਫਾਈਲ ਹੀ ਕ੍ਰੀਏਟ ਹੁੰਦੀ ਆ। ਕਿੱਦਾਂ ਡੋਸ ਦੇ ਵਿੱਚ ਆਪਾਂ ਟੈਕਸਟ ਫਾਈਲ ਕ੍ਰੀਏਟ ਕਰ ਸਕਦੇ ਹਾਂ, ਉਹਦੇ ਲਈ ਇੱਕ ਡੋਸ ਨੇ ਕਮਾਂਡ ਦਿੱਤੀ ਹੋਈ ਆ ਕਾਪੀ ਕੌਨ, ਇਹ ਹੈ ਜੀ ਕਮਾਂਡ। ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਫਾਈਲ ਦਾ ਨੇਮ ਦੇ ਦੇਣਾ। ਫਾਈਲ ਦਾ ਨੇਮ ਜਿਵੇਂ ਆਪਾਂ JH ਇਹ ਰੱਖ ਲੈਂਦੇ ਆ, ਐਂਟਰ। ਇਸ ਤੋਂ ਬਾਅਦ ਜਿਹੜਾ ਹੁਣ ਆਪਾਂ ਥੱਲੇ ਆਹ ਪੁਆਇੰਟ ਜਿਹੜਾ ਹੈ ਕਰਸਰ ਦੇਖ ਰਹੇ ਹਾਂ, ਇੱਥੇ ਆਪਾਂ ਹੁਣ ਆਪਾਂ ਡਾਟਾ ਲਿਖ ਸਕਦੇ ਹਾਂ। ਜਿਵੇਂ ਮੰਨ ਲਓ ਮੈਂ ਇੱਕ ਛੋਟਾ ਜਿਹਾ ਆਪਾਂ ਡਾਟਾ ਐਂਟਰ ਕਰਦੇ ਹਾਂ, ਦਿਸ ਇਜ਼ ਮਾਈ ਕੰਪਿਊਟਰ, ਠੀਕ ਹੈ ਜੀ, ਫੁੱਲ ਸਟਾਪ। ਜਿੰਨਾ ਡਾਟਾ ਤੁਸੀਂ ਐਂਟਰ ਕਰਨਾ ਆ ਸਾਰੇ ਏਰੀਏ 'ਚ, ਇਹ ਤੁਹਾਡਾ ਵਰਕਿੰਗ ਏਰੀਆ ਹੀ ਆ। ਹੁਣ ਜਿੰਨਾ ਡਾਟਾ ਤੁਸੀਂ ਇਸ ਫਾਈਲ ਦਾ ਐਂਟਰ ਕਰਨਾ ਚਾਹੁੰਦੇ ਹੋ ਕਰਕੇ, ਫਾਈਲ ਨੂੰ ਸੇਵ ਕਿੱਦਾਂ ਕਰਨਾ ਡੋਸ ਦੇ ਵਿੱਚ, ਉਹਦੇ ਲਈ ਹੈ ਕੰਟਰੋਲ Z ਜਾਂ F6 ਪ੍ਰੈਸ ਕਰੋ, F6 ਦੋਨਾਂ 'ਚੋਂ ਇੱਕ ਪ੍ਰੈਸ ਕਰਨਾ। ਇਹਦੇ ਨਾਲ ਫਾਈਲ ਜਿਹੜੀ ਹੈ ਡੋਸ ਦੇ ਵਿੱਚ ਸੇਵ ਹੋ ਜਾਂਦੀ ਆ। ਜਦੋਂ ਤੁਸੀਂ ਐਂਟਰ ਕਰੋਗੇ ਤੁਹਾਨੂੰ ਮੈਸੇਜ ਵੀ ਬਕਾਇਦਾ ਦੇਗਾ ਵੀ ਫਾਈਲ ਜਿਹੜੀ ਹੈ ਉਹ ਇੱਕ ਸੇਵ ਹੋ ਚੁੱਕੀ ਆ। ਤੁਸੀਂ ਦੇਖਣਾ ਚਾਹੁੰਦੇ ਹੋ ਵੀ ਮੇਰੀ ਡੀ ਡਰਾਈਵ ਦੇ ਵਿੱਚ ਵਾਕਈ ਇਹ ਫਾਈਲ ਆ ਗਈ, ਜਿਵੇਂ ਆਪਾਂ ਦਿਸ PC ਜਾਂ ਮਾਈ ਕੰਪਿਊਟਰ ਵਿੰਡੋਜ਼ ਦੇ ਵਿੱਚ ਉਹਨੂੰ ਐਕਸਪਲੋਰ ਕਰਕੇ ਆਪਣੀਆਂ ਫਾਈਲਸ ਵਗੈਰਾ ਚੈੱਕ ਕਰ ਸਕਦੇ ਆ ਨਾ, ਠੀਕ ਹੈ। ਤਾਂ ਇੱਥੇ ਕਮਾਂਡ ਹੈ ਜੀ DIR, ਇਹਦੇ ਨਾਲ ਤੁਸੀਂ ਆਪਣੀਆਂ ਜਿਹੜੀਆਂ ਹੈ ਫਾਈਲਸ ਜਾਂ DIR ਜਿਹੜਾ ਜਿਨ੍ਹਾਂ ਦੇ ਨਾਂ ਦੇ ਅੱਗੇ DIR ਲਿਖਿਆ ਹੋਇਆ, ਇਹ ਡਾਇਰੈਕਟਰੀਜ਼ ਨੇ, ਠੀਕ ਹੈ। ਇਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ ਵੀ ਇਹ ਡਾਇਰੈਕਟਰੀਜ਼ ਕੀ ਹੁੰਦੀਆਂ ਨੇ, ਠੀਕ ਹੈ। ਹਾਲ ਦੀ ਘੜੀ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ ਵੀ ਜਿੱਦਾਂ ਵਿੰਡੋਜ਼ ਦੇ ਵਿੱਚ ਜਾਂ ਫੋਨਸ ਦੇ ਵਿੱਚ ਆਪਾਂ ਫੋਲਡਰਸ ਬਣਾਉਂਦੇ ਆ, ਆਪਾਂ ਸਿੱਖਿਆ ਵੀ ਸੀ ਵਿੰਡੋਜ਼ ਦੇ ਵਿੱਚ, ਡੋਸ ਦੇ ਵਿੱਚ ਉਸੇ ਚੀਜ਼ ਨੂੰ ਡਾਇਰੈਕਟਰੀ ਕਹਿ ਦਿੰਦੇ ਆ। ਇਹ ਡਾਇਰੈਕਟਰੀ ਕਿੱਦਾਂ ਕ੍ਰੀਏਟ ਹੁੰਦੀ ਆ, ਕਿੱਦਾਂ ਇਹ ਤੋਂ ਵਰਕ ਲਿਆ ਜਾਂਦਾ ਹੈ, ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਹਾਲ ਦੀ ਘੜੀ ਆਪਾਂ ਫਾਈਲ ਨਾਲ ਰਿਲੇਟਡ ਜਿਹੜਾ ਥੋੜ੍ਹਾ ਜਿਹਾ ਕੰਮ ਸਿੱਖ ਰਹੇ ਹਾਂ। ਹੁਣ ਆਪਾਂ ਫਾਈਲ ਬਣਾਈ ਸੀ, ਆ ਦੇਖੋ JH ਨਾਂ ਦੀ, ਔਰ ਆ 20 ਜਿਹੜਾ ਹੈ 20 ਬਾਈਟਸ ਡਾਟਾ ਸਟੋਰ ਹੋਇਆ, ਠੀਕ ਹੈ। ਕਿਹੜੇ ਸਮੇਂ ਕਿਹੜੇ ਦਿਨ ਬਣੀ ਹੋਈ ਆ ਉਹ ਵੀ ਨਾਲ ਸਾਨੂੰ ਸ਼ੋ ਕਰ ਰਿਹਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇੱਦਾਂ ਆਪਣੀ ਲਿਸਟ ਨੂੰ ਚੈੱਕ ਕਰ ਸਕਦੇ ਹੋ ਡਰਾਈਵ ਦੀ ਨੂੰ, ਕਿਹੜੀ ਕਮਾਂਡ ਦੇ ਨਾਲ, ਆ ਦੇਖੋ DIR। ਸੋ ਫਾਈਲ ਬਣ ਗਈ। ਫਾਈਲ ਦੇ ਵਿੱਚ ਹੁਣ ਤੁਸੀਂ ਦੂਸਰੇ ਦਿਨ ਜਾਂ ਹੋਰ ਕਿਸੇ ਦਿਨ ਤੁਸੀਂ ਜਾਂ ਥੋੜ੍ਹੇ ਚਿਰ ਬਾਅਦ ਤੁਹਾਨੂੰ ਉਹਦੇ ਵਿੱਚ ਇਹ ਦੇਖਣਾ ਪੈਂਦਾ ਵੀ ਇਹਦੇ ਵਿੱਚ ਕੰਟੈਂਟਸ ਕੀ ਨੇ, ਠੀਕ ਹੈ। ਤਾਂ ਫਾਈਲ ਦੇ ਕੰਟੈਂਟਸ ਚੈੱਕ ਕਰਨ ਲਈ ਕਮਾਂਡ ਹੈ ਜੀ ਟਾਈਪ, ਉਸ ਫਾਈਲ ਦਾ ਨਾਂ ਟਾਈਪ JH, ਠੀਕ ਹੈ। ਫਾਈਲ ਦਾ ਨੇਮ ਦਿੱਤਾ ਤੇ ਮੈਂ ਐਂਟਰ ਪ੍ਰੈਸ ਕੀਤਾ ਤੇ ਉਹਦੇ ਵਿੱਚ ਫਿਰ ਮੈਨੂੰ ਫਾਈਲ ਦੇ ਕੰਟੈਂਟਸ ਵੀ ਸ਼ੋ ਕਰ ਰਿਹਾ। ਸੋ ਟਾਈਪ ਕਮਾਂਡ ਜਿਹੜੀ ਹੈ ਇਹ ਬਣੀ ਹੋਈ ਹੈ ਵੀ ਫਾਈਲ ਦੇ ਜੇ ਤੁਸੀਂ ਕੰਟੈਂਟਸ ਚੈੱਕ ਕਰਨੇ ਨੇ, ਬਣੀ ਹੋਈ ਆਲਰੇਡੀ ਪਹਿਲਾਂ ਤੋਂ ਹੀ ਬਣੀ ਹੋਈ ਫਾਈਲ ਦੇ ਡੋਸ ਦੇ ਵਿੱਚ ਜਿਹੜੀ ਤੁਸੀਂ ਆਪ ਬਣਾਈ ਹੈ ਟੈਕਸਚੁਅਲ ਫਾਈਲ, ਉਹਦੇ ਕੰਟੈਂਟਸ ਚੈੱਕ ਕਰਨ ਲਈ ਟਾਈਪ ਕਮਾਂਡ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਜੇ ਹੁਣ ਤੁਸੀਂ ਇਸ ਫਾਈਲ ਦਾ ਨੇਮ ਗਲਤ ਦੇਖ ਲਿਆ, ਤੁਸੀਂ ਇਸ ਫਾਈਲ ਨੂੰ ਰੀਨੇਮ ਕਰਨਾ ਚਾਹੁੰਦੇ ਹੋ, ਜਿੱਦਾਂ ਆਪਾਂ ਵਿੰਡੋਜ਼ 'ਚ ਵੀ ਸਿੱਖਿਆ ਹੋਇਆ, ਉੱਥੇ ਆਪਾਂ ਰਾਈਟ ਕਲਿੱਕ ਕਰਕੇ ਰੀਨੇਮ ਕਰ ਲੈਂਦੇ ਆ। ਇੱਥੇ ਕਮਾਂਡ ਬਣੀ ਹੋਈ ਆ ਰਨ, ਰੀਨੇਮ ਤੋਂ ਰਨ। ਓਲਡ ਨੇਮ ਜਿਹੜਾ ਪੁਰਾਣਾ ਨੇਮ ਦਿੱਤਾ ਹੋਇਆ, ਨਿਊ ਨੇਮ ਜਿਹੜਾ ਤੁਸੀਂ ਹੁਣ ਨਵਾਂ ਨੇਮ ਦੇਣਾ ਚਾਹੁੰਦੇ ਹੋ। ਜਿਵੇਂ ਮੈਂ ਇੱਥੇ BN ਨਾਮ ਦੇ ਦੇਣਾ, ਐਂਟਰ ਪ੍ਰੈਸ ਕੀਤਾ, ਇਹ ਫਾਈਲ ਹੁਣ ਰੀਨੇਮ ਹੋ ਚੁੱਕੀ ਆ। ਤੁਸੀਂ ਚੈੱਕ ਕਰਨਾ ਚਾਹੁੰਦੇ ਹੋ DIR, ਉਹੀ ਲਿਸਟ ਚੈੱਕ ਕਰ ਸਕਦੇ ਹੋ ਡਰਾਈਵ ਦੀ। ਉਸ ਲਿਸਟ 'ਚ ਹੁਣ ਤੁਸੀਂ ਇਹ ਚੈੱਕ ਕਰੋ, ਆਹ ਦੇਖੋ BN ਨਾਂ ਤੇ ਉਹੀ ਜਿਹੜੀ ਹੈ ਮੇਰੀ ਫਾਈਲ, ਉਹ ਇਹਦੇ ਵਿੱਚ ਜਿਹੜੀ ਹੈ ਨਾਂ ਤੋਂ ਬਦਲ ਕੇ ਹੁਣ ਉਹਦਾ ਨੇਮ ਚੇਂਜ ਹੋ ਚੁੱਕਿਆ, BN ਨੇਮ ਦੇ ਉੱਤੇ ਹੁਣ ਇਹ ਸ਼ੋ ਕਰ ਰਿਹਾ। ਪਰ ਫਿਰ ਤੁਸੀਂ ਜੇ ਹੋਰ ਕੋਈ ਮੈਥਡ ਨਾਲ ਵੀ ਤੁਸੀਂ ਕੋਈ ਹੋਰ ਮੈਥਡ ਹੈ ਵੀ ਇਹਦੇ ਵਿੱਚ ਉਹ ਡਾਟਾ ਹੈ ਮੌਜੂਦ ਹੈ, ਤਾਂ ਫਿਰ ਉਹੀ ਹੈ ਵੀ ਕੰਟੈਂਟਸ ਚੈੱਕ ਕਰਨੇ, ਟਾਈਪ, ਠੀਕ ਹੈ, BN ਐਂਟਰ ਪ੍ਰੈਸ ਕੀਤਾ, ਆ ਦੇਖੋ ਫਾਈਲ ਦੇ ਕੰਟੈਂਟਸ ਉਹੀ ਨੇ, ਸਿੰਪਲੀ ਨੇਮ ਚੇਂਜ ਆਪਾਂ ਕਰ ਚੁੱਕੇ ਹਾਂ ਰੀਨੇਮ ਕਮਾਂਡ ਦੇ ਨਾਲ, ਜਿਹਨੂੰ ਆਪਾਂ ਰਨ ਲਿਖਣਾ। ਉਸ ਤੋਂ ਬਾਅਦ ਜੇ ਇਸ ਫਾਈਲ ਦੀ ਹੁਣ ਆਪਾਂ ਇੱਕ ਕਾਪੀ ਕ੍ਰੀਏਟ ਕਰਨੀ ਆ, ਠੀਕ ਹੈ ਜੀ, ਜਿਵੇਂ ਵਿੰਡੋਜ਼ ਦੇ ਵਿੱਚ ਆਪਾਂ ਕਾਪੀ ਕਰ ਲੈਂਦੇ ਆ, ਫਾਈਲ ਦੀ ਡੁਪਲੀਕੇਟ ਤਿਆਰ ਕਰ ਲੈਂਦੇ ਆ, ਪੇਸਟ ਕਰ ਲੈਂਦੇ ਆ,
ਕਿਸੇ ਜਿੱਥੇ ਵੀ ਆਪਾਂ ਉਹਨੂੰ ਨਵੀਂ ਜਗ੍ਹਾ ਦੇ ਉੱਤੇ ਮੂਵ ਕਰਨਾ, ਪੇਸਟ ਕਰ ਲੈਂਦੇ ਆ ਕਾਪੀ ਕਰਕੇ, ਠੀਕ ਆ। ਤਾਂ ਇੱਥੇ ਇਹਨਾਂ ਨੇ ਕਮਾਂਡ ਦਿੱਤੀ ਹੋਈ ਆ ਕਾਪੀ। ਕਾਪੀ ਜਿਹੜੀ ਫਾਈਲ ਨੂੰ ਕਾਪੀ ਕਰਨਾ ਉਹਦਾ ਨਾਮ, ਠੀਕ ਆ। ਟਾਰਗੇਟ ਨੇਮ ਫਿਰ ਨਵਾਂ ਦੇ ਦੇਣਾ, ਇਹ ਸੋਰਸ ਨੇਮ ਹੋ ਜਾਂਦਾ ਜਿਹੜੀ ਫਾਈਲ ਨੂੰ ਕਾਪੀ ਕਰਨਾ। ਟਾਰਗੇਟ ਨੇਮ ਜਿਹੜਾ ਹੈ ਉਹ ਜਿੱਦਾਂ ਮੈਂ LK ਲਿਖ ਦਿੰਨਾ, ਠੀਕ ਆ ਜੀ। ਐਂਟਰ, ਆ ਦੇਖੋ 1 ਫਾਈਲ ਕਾਪੀ ਦਾ ਮੈਸੇਜ ਆ ਗਿਆ। ਇਟ ਮੀਨਸ ਇਹਦੀ ਆ ਜਿਹੜੀ ਸੋਰਸ ਫਾਈਲ ਆ ਇਹਦੀ ਇੱਕ ਕਾਪੀ ਤਿਆਰ ਹੋ ਚੁੱਕੀ ਹੈ LK ਨਾਂ ਦੀ। 2 ਫਾਈਲਾਂ ਸੇਮ ਕੰਟੈਂਟਸ ਦੀਆਂ ਹੁਣ ਆਪਾਂ ਨੂੰ ਸ਼ੋ ਹੋਣੀਆਂ ਚਾਹੀਦੀਆਂ ਜਦੋਂ ਆਪਾਂ ਆਹ ਲਿਸਟ dir ਦੇ ਨਾਲ ਚੈੱਕ ਕਰਾਂਗੇ। ਆ ਦੇਖੋ ਜੀ LK ਦੇ ਉੱਤੇ ਵੀ ਇੱਕ ਫਾਈਲ ਆ ਚੁੱਕੀ ਆ, 20 ਬਾਈਟਸ ਡਾਟਾ ਸਟੋਰ ਆ, ਠੀਕ ਹੈ ਜੀ। BN ਦੇ ਉੱਤੇ ਵੀ ਇੱਕ ਫਾਈਲ ਆ, 20 ਬਾਈਟਸ ਡਾਟਾ ਸਟੋਰ ਹੈ। ਤਾਂ ਹੁਣ ਜੇ ਆਪਾਂ ਫੇਰ ਵੀ ਦੇਖਣਾ ਹੋਵੇ ਵੀ ਉਹਦੇ ਵਿੱਚ ਡਾਟਾ ਆ ਚੁੱਕਿਆ, ਜਦੋਂ ਇੱਦਾਂ ਦੀ ਗੱਲ ਹੋਵੇ ਵੀ ਕੰਟੈਂਟਸ ਚੈੱਕ ਕਰਨੇ ਨੇ, ਉਹਦੇ ਲਈ ਕਮਾਂਡ ਕਿਹੜੀ ਦੱਸੀ ਹੋਈ ਆ, ਟਾਈਪ। ਕਿਹੜੀ ਡੁਪਲੀਕੇਟ ਬਣੀ ਆ ਜੀ, LK। ਐਂਟਰ ਪ੍ਰੈਸ ਕੀਤਾ, ਦੇਖੋ ਉਹੀ ਡਾਟਾ ਜਿਹੜਾ BN ਦੇ ਵਿੱਚ ਸੀਗਾ ਉਹ ਹੁਣ LK ਨਾਂ ਦੀ ਜਿਹੜੀ ਫਾਈਲ ਹੈ, ਜਿਹੜੀ ਡੁਪਲੀਕੇਟ ਤਿਆਰ ਹੋਈ ਆ, ਉਹਦੇ ਵਿੱਚ ਵੀ ਆ ਚੁੱਕਿਆ। ਸੋ ਇਹ ਹੈ ਟਾਈਪ ਕਾਪੀ ਕਮਾਂਡ, ਠੀਕ ਹੈ ਜੀ। ਸੋ ਇਸ ਤੋਂ ਬਾਅਦ ਫਿਰ ਆਪਾਂ ਹੁਣ ਗੱਲ ਕਰੀਏ, ਜੇ ਮੈਨੂੰ ਕੋਈ ਫਾਈਲ ਹੁਣ ਨਹੀਂ ਚਾਹੀਦੀ, ਮੈਂ ਆਪਣੀ ਚਾਹੁੰਦਾ ਡਿਸਕ ਤੋਂ ਫਾਈਲ ਇਹ ਡਿਲੀਟ ਕਰ ਦੇਵਾਂ। ਵਿੰਡੋਜ਼ ਤੋਂ ਵੀ ਆਪਾਂ ਸਿੱਖਿਆ ਡਿਲੀਟ ਕਰ ਦਿੰਦੇ ਆ। ਇੱਥੇ ਕਮਾਂਡ ਦੇਤੀ DOS ਦੇ ਵਿੱਚ del, ਡਿਲੀਟ ਤੋਂ del ਕਮਾਂਡ। ਜਿਹੜੀ ਫਾਈਲ ਨੂੰ ਤੁਸੀਂ ਡਿਲੀਟ ਕਰਨਾ, ਮੰਨ ਲਓ ਆਪਾਂ LK ਨੂੰ ਹੀ ਡਿਲੀਟ ਕਰਨਾ, LK ਐਂਟਰ ਕੀਤਾ, ਠੀਕ ਹੈ। ਉਹ ਦੇਖੋ ਫਾਈਲ ਜਿਹੜੀ ਹੈ ਉਹ ਡਿਲੀਟ ਹੋ ਚੁੱਕੀ ਹੈ। ਆਪਾਂ ਉਹਨੂੰ ਸ਼ੋਰ ਹੋਣਾ dir ਚੱਲੋ, ਠੀਕ ਹੈ। ਔਰ ਇੱਥੇ ਦੇਖੋ ਹੁਣ LK ਨਾਂ ਦੀ ਫਾਈਲ ਜਿਹੜੀ ਹੈ ਉਹ ਨਹੀਂ ਸ਼ੋ ਕਰ ਰਿਹਾ। ਇੱਕ ਹੋਰ ਆਪਾਂ ਟਰਾਈ ਕਰ ਲੈਂਦੇ ਹਾਂ, ਜਿੱਦਾਂ BN ਨਾਂ ਦੀ ਵੀ ਫਾਈਲ ਹੈ, ਜਾਂ ਇੱਕ ਆ ADD ਨਾਂ ਦੀ ਫਾਈਲ ਹੈ, ਇਹ ਡਿਲੀਟ ਕਰਨੀ ਹੈ ਤਾਂ DEL ADD, ਠੀਕ ਹੈ, ਐਂਟਰ। ਸੋ ਇਸ ਤਰੀਕੇ ਦੇ ਨਾਲ ਆਪਾਂ ਫਾਈਲਸ ਜਿਹੜੀਆਂ ਨੇ ਉਹ ਡਿਲੀਟ ਕਰ ਸਕਦੇ ਹਾਂ। ਫਾਈਲ ਦਾ ਨੇਮ ਠੀਕ ਦਿੱਤਾ ਹੋਵੇ, ਠੀਕ ਹੈ। ਆਪਣੀ DOS ਦੇ ਵਿੱਚ ਜਿਹੜੀਆਂ ਤੁਸੀਂ ਇੱਦਾਂ ਫਾਈਲਸ ਕ੍ਰੀਏਟ ਕਰਦੇ ਹੋ, ਉਹਨੂੰ ਤੁਸੀਂ ਡਿਲੀਟ ਕਮਾਂਡ ਦੇ ਨਾਲ ਇੱਦਾਂ ਡਿਲੀਟ ਕਰ ਸਕਦੇ ਹੋ। ਜਿਹੜੀਆਂ ਕੋਈ ਹੋਰ ਨੇ ਉਹ ਵੀ ਜਿਹੜੀਆਂ ਤੁਸੀਂ ਬਣਾਈਆਂ ਹੋਈਆਂ ਉਹਨੂੰ ਵੀ ਆਪਾਂ ਡਿਲੀਟ ਕਰ ਸਕਦੇ ਹਾਂ, ਠੀਕ ਹੈ। ਅਤੇ ਇਹ ਕੁਛ ਅੱਜ ਆਪਾਂ ਕਮਾਂਡ ਜਿਹੜੀਆਂ ਨੇ ਮੁੱਢਲੀਆਂ ਉਹ DOS ਦੀਆਂ ਇਹਦੇ ਵਿੱਚ ਸਿੱਖੀਆਂ ਨੇ, ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਇਹ ਕੁਛ ਜ਼ਰੂਰੀ ਕਮਾਂਡਸ ਜਿਹੜੀਆਂ ਇੰਟਰਨਲ ਕਮਾਂਡਸ ਨੇ DOS ਦੀਆਂ, ਇਹ ਸਮਝ ਲੱਗੀਆਂ ਹੋਣਗੀਆਂ ਔਰ ਹੁਣ ਤੁਸੀਂ ਆਪ ਕਰਨ ਦੀ ਇਹ ਕੋਸ਼ਿਸ਼ ਕਰੋਗੇ, ਠੀਕ ਹੈ ਬੱਚੇ। ਓਕੇ ਜੀ।